हिंदू धर्म ਅਤੇ जात पात। ਸਿੰਘ जी ਹੁਣ ਆਪਣੇ ਤੇ सवाल ਕਰਨ वाले हिंदू सज्जन ਨੂੰ ਧਿਆਨ ਨਾਲ ਸਮਝਾ ਰਹੇ ਸਨ। ਆਖਣ ਲੱਗੇ, ਵੇਖੋ ਭਾਈ, ਤੁਸੀਂ जात पात ਦੇ ਵੱਡੇ ਸ਼ਰਧਾਲੂ ਹੋ, ਬਲਕਿ ਇਸ ਮਾਮਲੇ ਵਿੱਚ ਤਾਂ ਤੁਸੀਂ ਵਾਹਿਗੁਰੂ ਦੀ ਪ੍ਰਜਾ ਭਾਵ ਇਸ ਜਗਤ ਵਿੱਚ ਵਸਣ ਵਾਲੇ ਮਨੁੱਖਾਂ ਨਾਲ ਬਹੁਤ ਵੱਡਾ ਅਨਿਆਂ ਕੀਤਾ ਹੈ, ਤੇ ਇਹ ਅਨਿਆਂ ਵੀ ਤੁਸੀਂ ਜ਼ੁਲਮ ਦੀ ਹੱਦ ਤੱਕ ਕੀਤਾ ਹੈ। ਲਓ ਹੁਣ ਅਸੀਂ ਤੁਹਾਨੂੰ ਤੁਹਾਡੀਆਂ ਪੁਸਤਕਾਂ ਦਾ ਹਵਾਲਾ ਦੇ ਕੇ ਦੱਸਨੇ ਹਾਂ। ਵੇਖੋ, ਉੱਚੀ ਜ਼ਾਤ ਦੇ ਬ੍ਰਾਹਮਣ ਨੂੰ ਕਿੰਨੀ ਵੱਡੀ ਛੋਟ ਔਰ ਮਹਾਨਤਾ ਦੇ ਦਿੱਤੀ ਗਈ। ਮਨੁ ਸਿਮਰਤੀ ਅਧਿਆਇ ਪਹਿਲਾ ਸ਼ਲੋਕ ਨੰਬਰ 100 ਅਤੇ 101। ਮਨੂ ਜੀ ਮਹਾਰਾਜ ਆਖਦੇ ਨੇ, ਜਗਤ ਵਿੱਚ ਜਿਤਨਾ ਧਨ ਹੈ ਸਭ ਬ੍ਰਾਹਮਣ ਦਾ ਹੈ। ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਾਰਾ ਕੁਝ ਬ੍ਰਾਹਮਣ ਦੇ ਵਾਸਤੇ ਹੈ। ਬ੍ਰਾਹਮਣ ਜੇ ਕਿਸੇ ਦੂਸਰੇ ਦਾ ਅੰਨ ਖਾਂਦਾ, ਕੱਪੜਾ ਪਾਉਂਦਾ, ਜਾਂ ਕਿਸੇ ਦੀ ਚੀਜ਼ ਕਿਸੇ ਹੋਰ ਨੂੰ ਦਿੰਦਾ, ਤਾਂ ਇਹ ਨਾ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ। ਨਹੀਂ, ਸਗੋਂ ਇਸ ਸੰਸਾਰ ਵਿੱਚ ਜੋ ਕੁਝ ਵੀ ਹੈ ਉਹ ਸਭ ਕੁਝ ਬ੍ਰਾਹਮਣ ਦੀ ਮਲਕੀਅਤ ਹੈ। ਫਿਰ ਮਨੁ ਸਿਮਰਤੀ ਦੇ ਅਧਿਆਇ 6ਵੇਂ ਸ਼ਲੋਕ 38ਵੇਂ ਵਿੱਚ ਵਰਣਨ ਕਰਦੇ ਨੇ, ਜੇ ਰਾਜੇ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਏ ਤਾਂ ਉਸ ਵਿੱਚੋਂ ਅੱਧਾ ਆਪ ਰੱਖੇ ਤੇ ਅੱਧਾ ਬ੍ਰਾਹਮਣ ਨੂੰ ਦੇ ਦੇਵੇ। ਫਿਰ ਅਧਿਆਇ 9ਵਾਂ ਸ਼ਲੋਕ 347 ਤੇ ਮਨੂ ਜੀ ਵਰਣਨ ਕਰਦੇ ਨੇ, ਮੂਰਖ ਹੋਵੇ ਭਾਵੇਂ ਪੜ੍ਹਿਆ ਲਿਖਿਆ ਹੋਵੇ, ਬ੍ਰਾਹਮਣ ਤਾਂ ਵੱਡਾ ਦੇਵਤਾ ਹੈ। ਜਿਸ ਤਰ੍ਹਾਂ ਮੰਤਰਾਂ ਨਾਲ ਸੰਸਕਾਰ ਕੀਤਾ ਹੋਇਆ ਭਾਵੇਂ ਬਿਨਾਂ ਮੰਤਰਾਂ ਤੋਂ ਹੀ ਅਗਨੀ ਦੇਵਤਾ ਪੂਜਣਯੋਗ ਹੈ। ਫਿਰ ਅਧਿਆਇ 77 ਸ਼ਲੋਕ 22ਵੇਂ ਵਿੱਚ ਲਿਖਦੇ ਨੇ, ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸਨੂੰ ਸਜ਼ਾ ਨਾ ਦੇਵੇ, ਕਿਉਂਕਿ ਰਾਜੇ ਦੀ ਨਲਾਇਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ। ਫਿਰ ਪ੍ਰਾਸ਼ਰ ਸੰਹਿਤਾ ਦਾ ਅਧਿਆਇ 6ਵਾਂ ਵਿੱਚ ਵਰਣਨ ਕਰਦੇ ਨੇ, ਬ੍ਰਾਹਮਣ ਵੱਧ ਚੱਲਣ ਵੀ ਪੂਜਣਯੋਗ ਹੈ ਅਤੇ ਸ਼ੂਦਰ ਮਹਾਨ ਆਤਮ ਅਭਿਆਸੀ ਅਤੇ ਉੱਚੇ ਜੀਵਨ ਵਾਲਾ ਹੋ ਕੇ ਵੀ ਪੂਜਣਯੋਗ ਨਹੀਂ। ਭਲਾ ਦੱਸੋ, ਕੌਣ ਛੁੱਟੜ ਗਾਂ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚਾਹੁੰਦਾ ਹੈ? ਭਾਵ ਇਹਨਾਂ ਮਹਾਨ ਰਿਸ਼ੀਆਂ ਦੀ ਨਜ਼ਰ ਵਿੱਚ ਬ੍ਰਾਹਮਣ ਗਾਂ ਵਾਂਗ ਹੈ ਤੇ ਸ਼ੂਦਰ ਜਿੰਨਾ ਮਰਜ਼ੀ ਚੰਗਾ ਹੋਵੇ ਉਹ ਗਧੀ ਵਾਂਗ ਹੈ। ਫਿਰ ਬ੍ਰਿਹਤ ਪ੍ਰਾਸ਼ਰ ਸੰਹਿਤਾ ਵਿੱਚ ਅਧਿਆਇ 3 ਵਿੱਚ ਵਰਣਨ ਹੈ, ਖੇਤੀ ਕਰਨ ਵਾਲਾ ਬ੍ਰਾਹਮਣ ਜਿੰਨੀ ਜ਼ਮੀਨ ਚਾਹੇ ਵਾਹ ਲਵੇ ਔਰ ਕਿਸੇ ਨੂੰ ਕੋਈ ਟੈਕਸ ਨਾ ਦੇਵੇ, ਕਿਉਂਕਿ ਇਸ ਧਰਤੀ ਤੇ ਸਭ ਚੀਜ਼ਾਂ ਦਾ ਮਾਲਕ ਬ੍ਰਾਹਮਣ ਹੁੰਦਾ ਹੈ। ਫਿਰ ਬ੍ਰਿਹਤ ਪ੍ਰਾਸ਼ਰ ਸੰਹਿਤਾ ਅਧਿਆਇ 2 ਅਤੇ ਅਤਰੀ ਸੰਹਿਤਾ ਵਿੱਚ ਇਸ ਤਰ੍ਹਾਂ ਲਿਖਿਆ ਹੈ, ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਵੀ ਦੋਸ਼ੀ ਨਹੀਂ ਹੁੰਦਾ। ਜਿਸ ਤਰ੍ਹਾਂ ਅਗਨੀ ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਵੀ ਅਤੇ ਇਸਤਰੀ ਅਨੇਕਾਂ ਮਰਦਾਂ ਨਾਲ ਭੋਗ ਕਰਕੇ ਵੀ ਦੂਸ਼ਿਤ ਨਹੀਂ ਹੁੰਦੀ। ਖਿਮਾ ਕਰਿਓ, ਇਸ ਢੰਗ ਨਾਲ ਤਾਂ ਇਸ ਜਗਤ ਵਿੱਚ ਸਾਰੇ ਕੁਕਰਮ ਅਥਵਾ ਸਾਰੇ ਇਸਤਰੀਆਂ ਵਿਰੁੱਧ ਹੋਣ ਵਾਲੇ ਸਭ ਕੁਕਰਮਾਂ ਦੀ ਜੜ ਇਹ ਮਨੂ ਸਿਮਰਤੀ ਤੇ ਹਿੰਦੂ ਪੁਸਤਕਾਂ ਨੇ। ਫਿਰ ਬ੍ਰਾਹਮਣ ਦੇ ਮੁਕਾਬਲੇ ਵਿੱਚ ਸ਼ੂਦਰ ਦੀ ਦੁਰਦਸ਼ਾ ਵੇਖੋ।
मनु सिमरती अध्याय 4 श्लोक 62। शूदर दे राज विच किसे नूं वसना नहीं चाहिदा। फिर मनु सिमरती दे अध्याय 4 श्लोक 80वें विच लिखिआ, शूदर नूं अकल ना दिओ, विद्या ना दिओ, पूजा अथवा होम तो बचिया होया अन्न ना दिओ, शूदर नूं धर्म दा उपदेश भी ना करो। फिर अध्याय 8वां श्लोक 217वां, पैरां तो जम्मिया होया शूदर जे ब्राह्मण खत्री वैश नूं कौड़े बोल बोले तां राजे नूं चाहीदा है कि वो उसकी जीभ कटवा देवे। फिर मनु सिमरती अध्याय 8वां श्लोक 271-72, जे शूदर उच्ची जाति वालियां दा नां लैके कठोरता नाल बुलावे तां राजे नूं चाहीदा है कि उस दे मूँह विच 10 ਉਂਗਲਾਂ लम्मा लोहे दा किला अग वर्गा लाल करके ठोक देवे। जे कोई शूदर अभिमान करके ब्राह्मण नूं धर्म दा उपदेश देवे तां उस दे मूँह ते कन्नां विच सड़दा होया तेल पवा दिओ। फिर अध्याय 8वां श्लोक 79वां विच जिक्र है, शूदर अपने जिस जिस अंग नाल उच्ची जात वालियां नूं ताड़ना करे ओहा उसदा अंग कटवा देना चाहिदा है। मनु सिमरती दे अध्याय 30वें विच श्लोक 329वें ते जिक्र है, जे किते बल होवे भी समर्था होवे भी तावें शूदर पैसा जमा ना करे, क्योंकि शूदर धनी होके ब्राह्मणां नूं दुख देण लग पैंदा है। फिर लघु अत्रि संहिता अध्याय 5वां, शूदर दा अन्न तां लहू दे बराबर है, और जे शूदर दा अन्न पेट विच हुंदियां जे कोई ब्राह्मण संभोग भी करे तां जिहड़ी औलाद पैदा होवेगी वो शूदर ही समझी जाएगी। अत्रि संहिता विच लिखिआ है, जो शूदर जप ते होम करे राजा उसनूं मरवा देवे। हुण इहो जही सिੱਖਿਆ ਦਾ असर ਇਹ ਹੋਇਆ कि दुनिया दे विच सभ्यता दा सियाणप दा भोग पा दिता गया। मनु सिमरती दे मुताबक कोई भी इस्त्री अनेकां मर्दां नाल भोग करके भी दूषित नहीं हुंदी, और इस लेख नूं पढ़ के इस्त्रियां पवित्र रहन, उन्हां दा चरित्र चंगा रहे, ये गल हो ही नहीं सकती। रामचंद्र जी वर्गे महापुरुषां ते भी इन्हां सब गल्लां दा इहो जिहा असर होया कि उन्हां ने भी अपने जीवन विच इसे तरह कीता, जिस तरह के वर्णन है वाल्मीकि रामायण उत्तरकांड अध्याय 76वां। ध्यान नाल सुनो। एक ब्राह्मण दा लड़का इस वास्ते मर गया कि एक शूदर जंगल विच तप कर रहा सी। श्री रामचंद्र जी ने जंगल विच पहुंच के उस शूदर नूं पुछया, तू कौन है? उसने कहा, हे राम, मेरा नाम संबूक है और मैं शूदर हाँ, और स्वर्गां दी इच्छा नाल मैं तप कर रहा। इन्नी गल सुनदियां सार रामचंद्र जी ने अपने म्यान विचों तलवार कड्ढी ते रब दा नाम जपण वाले संबूक दा सिर वढ़ दिता। इस ते आकाश विच सारे देवते आण हाज़र होए ते रामचंद्र जी ते फुल बरसा के कहण लगे, हे राम, तू धन है अते देवतियां दा वड्डा काम तू कीता और वड्डा पुन खटिया है कि सुरगां विच आउण दी इच्छा करन वाले शूदर नूं तू वढ़ दिता है। हुण तू जो चाहे साडे कोलों मंग। रामचंद्र जी ने आख्या, हे देवत्यो,
ਜੇ ਤੁਸੀਂ ਪ੍ਰਸੰਨ ਹੋ ਤਾਂ ਇਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉੱਠੇ। ਦੇਵਤਿਆਂ ਨੇ ਕਿਹਾ, ਹੇ ਰਾਮ, ਉਹ ਤੇ ਉਦੋਂ ਹੀ ਜਿਉਂ ਪਿਆ ਸੀ ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਸੀ। ਇਹ ਸਾਰੇ ਲਫ਼ਜ਼ ਰਾਮਾਇਣ, ਵਾਲਮੀਕੀ ਰਾਮਾਇਣ ਦੇ ਉੱਤਰਕਾਂਡ ਵਿੱਚ ਨੇ। ਹੋਰ ਸ਼ੂਦਰਾਂ ਨਾਲ ਕੀ ਕੁਝ ਹਾਲ ਹੁੰਦਾ ਰਿਹਾ, ਲਓ ਧਿਆਨ ਨਾਲ ਸੁਣਿਓ। ਵਿਸ਼ਨੂੰ ਸਿਮਰਤੀ ਦੇ ਅਧਿਆਇ 54 ਵਿੱਚ ਲਿਖਿਆ, ਜੇ ਕੋਈ ਸ਼ੂਦਰ ਪੰਚ ਗਵਿਆ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ। ਪਰ ਜੇ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਪੰਚ ਗਵਿਆ ਹੈ ਕੀ, ਤਾਂ ਧਿਆਨ ਨਾਲ ਸੁਣੋ। ਗੋਬਰ 1 ਮਾਸਾ, ਗਊ ਮੂਤਰ 2 ਮਾਸੇ, ਘਿਓ 4 ਮਾਸੇ, ਦੁੱਧ ਤੇ ਦਹੀਂ 8-8 ਮਾਸੇ, ਇਹਨਾਂ 5 ਚੀਜ਼ਾਂ ਨੂੰ ਰਲਾਉਣ ਨਾਲ ਪੰਚ ਗਵਿਆ ਬਣਦਾ ਹੈ। ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਾਂ ਉੱਥੇ ਵੀ ਇਸੇ ਤਰ੍ਹਾਂ ਵਰਤੋ। ਜੇ ਗੰਦਮੰਦ ਕੁਝ ਖਾ ਲਿਆ ਹੋਵੇ, ਭਾਵ ਅਪਵਿੱਤਰ ਸ਼ੈ ਕੋਈ ਖਾ ਲਈ ਹੋਵੇ ਤੇ ਸ਼ੁੱਧ ਹੋਣ ਦਾ ਮਨ ਕਰੇ ਤਾਂ ਇਸੇ ਤਰ੍ਹਾਂ ਵਰਤੋ। ਇਹ ਹੈ ਬ੍ਰਾਹਮਣ ਦਾ ਦੂਸਰਿਆਂ ਨੂੰ ਪਵਿੱਤਰ ਕਰਨ ਦਾ ਢੰਗ। ਸ਼ੂਦਰ ਦਾ ਅੰਨ ਖਾ ਕੇ ਬ੍ਰਾਹਮਣ 7 ਜਨਮ ਕੁੱਤਾ ਬਣਦਾ, 9 ਜਨਮ ਸੂਰ ਬਣਦਾ ਤੇ 8 ਜਨਮ ਗਿਰਝ ਦਾ ਹੁੰਦਾ। ਭਾਵ ਸ਼ੂਦਰ ਕਿਸੇ ਵੀ ਤਰ੍ਹਾਂ ਬ੍ਰਾਹਮਣਾਂ ਦੀ ਸੇਵਾ ਕਰਨ ਦਾ ਅਥਵਾ ਉਹਨਾਂ ਨੂੰ ਅੰਨ ਖਵਾਉਣ ਦਾ ਵੀ ਅਧਿਕਾਰੀ ਨਹੀਂ ਹੈਗਾ। ਹੋਰ ਸੁਣੋ, ਆਪ ਸਤੰਭ ਸਿਮਰਤੀ ਅਧਿਆਇ 8ਵਾਂ ਦੇ ਬਚਨ ਨੇ, ਜੇ ਸ਼ੂਦਰ ਦਾ ਅੰਨ ਢਿੱਡ ਵਿੱਚ ਹੋਵੇ ਤੇ ਬ੍ਰਾਹਮਣ ਉਸ ਵੇਲੇ ਮਰ ਜਾਏ ਤਾਂ ਉਹ ਪਿੰਡ ਦਾ ਸੂਰ ਜਾਂ ਕੁੱਤਾ ਬਣੇਗਾ। ਫਿਰ ਪ੍ਰਾਸ਼ਰ ਸੰਹਿਤਾ ਅਧਿਆਇ 2 ਵਿੱਚ ਵਰਣਨ ਹੈ, ਕਪਿਲਾ ਗਊ ਦਾ ਦੁੱਧ ਪੀਣ ਤੇ ਵੇਦਾਂ ਦੇ ਅੱਖਰ ਵਿਚਾਰਨ ਨਾਲ ਸ਼ੂਦਰ ਜ਼ਰੂਰ ਨਰਕਾਂ ਨੂੰ ਜਾਵੇਗਾ। ਵਿਸ਼ਿਸ਼ਟ ਸੰਹਿਤਾ ਅਧਿਆਇ 18ਵਾਂ ਵਿੱਚ ਵਰਣਨ ਹੈ, ਸ਼ੂਦਰ ਨੂੰ ਅਕਲ ਨਾ ਦਿਓ, ਧਰਮ ਦਾ ਉਪਦੇਸ਼ ਨਾ ਕਰੋ, ਵਰਤ ਆਦਿਕ ਨਾ ਦੱਸੋ। ਜਿਹੜਾ ਵੀ ਬੰਦਾ ਸ਼ੂਦਰ ਨੂੰ ਇਹ ਗੱਲਾਂ ਸਿਖਾਉਂਦਾ ਹੈ, ਉਹ ਸ਼ੂਦਰ ਸਮੇਤ ਅਨੇਰ ਘੁੱਪ ਨਰਕ ਵਿੱਚ ਜਾ ਪੈਂਦਾ ਹੈ। ਅਤੇ ਇਸੇ ਤਰ੍ਹਾਂ ਆਪ ਸਤੰਭ ਸਿਮਰਤੀ ਅਧਿਆਇ 9ਵਾਂ ਦੇ ਸ਼ਲੋਕ 34ਵੇਂ ਵਿੱਚ ਵਰਣਨ ਹੈ, ਸ਼ੂਦਰ ਨੂੰ ਖਾਣ ਲਈ ਅੰਨ ਭਾਂਡੇ ਵਿੱਚ ਨਹੀਂ, ਸਗੋਂ ਜ਼ਮੀਨ ਤੇ ਸੁੱਟ ਕੇ ਦੇਣਾ ਚਾਹੀਏ, ਕਿਉਂਕਿ ਸ਼ੂਦਰ ਤੇ ਕੁੱਤਾ ਦੋਵੇਂ ਇੱਕ ਸਮਾਨ ਹਨ। ਇਹ ਸਾਰੀਆਂ ਗੱਲਾਂ ਸੁਣ ਕੇ ਹਿੰਦੂ ਸੱਜਣ ਆਖਣ ਲੱਗੇ, तो क्या आप लोग हिंदू के जैसे ये जाति पाति और वर्ण को नहीं मानते हो? लेकिन गुरु नानक साहब तो वर्ण मर्यादा के दूर होने पर शोक करते हैं और मलेच्छ भाषा का भी निषेध कहते हैं, जैसे गुरु नानक का वचन है, खत्रियां ता धर्म छोड़िया मलेच्छ भाख्या गही, सृष्ट सब एक वर्ण होई धर्म की गत रही। ਤਾਂ ਸਿੱਖ ਜੀ ਨੇ ਜਵਾਬ ਦਿੱਤਾ, ਹੇ ਪਿਆਰੇ ਹਿੰਦੂ ਭਾਈ, ਇਸ ਸ਼ਬਦ ਵਿੱਚ ਗੁਰੂ ਜੀ ਦਾ ਭਾਵ ਇਹ ਹੈ ਕਿ ਖੱਤਰੀ ਜਿਹੜੇ ਸੂਰਬੀਰ, ਸੂਰਮੇ ਤੇ ਪ੍ਰਜਾ ਦੇ ਰੱਖਿਅਕ ਸਨ, ਜਿਨ੍ਹਾਂ ਦਾ ਕੰਮ ਸੀ ਕਿ ਉਹ ਹੱਥ ਵਿੱਚ ਸ਼ਸਤਰ ਫੜ ਕੇ ਰੱਖਿਆ ਕਰਦੇ, ਉਹ ਤੇ ਆਪਣੇ ਧਰਮ ਸ਼ਾਸਤਰਾਂ ਦੇ ਵਿਰੁੱਧ ਲਾਲਚ ਤੇ ਡਰ ਕਰਕੇ ਵੇਦਾਂ ਸ਼ਾਸਤਰਾਂ ਦੀ ਥਾਂ ਤੇ ਕੁਰਾਨ ਪੜ੍ਹਨ ਲੱਗ ਪਏ ਤੇ ਆਪਣੀ ਮੰਨੀ ਹੋਈ ਦੇਵ ਭਾਸ਼ਾ ਦਾ ਨਿਰਾਦਰ ਕਰਕੇ ਅਰਬੀ ਫਾਰਸੀ ਦੀ ਸ਼ਰਨ ਵਿੱਚ ਚਲੇ ਗਏ ਔਰ ਸਾਰੀ ਸ੍ਰਿਸ਼ਟੀ ਇੱਕ ਵਰਨ ਭਾਵ ਮੁਸਲਮਾਨ ਹੋ ਗਈ। ਧਰਮ ਦੀ ਗੱਲ ਤੇ ਮੂਲਾਂ ਹੀ ਖਤਮ ਹੋ ਗਈ। ਗੁਰੂ ਜੀ ਦੇ ਕਹਿਣ ਦਾ ਭਾਵ ਹੈ ਕਿ ਜਿਸ ਦੇਸ਼ ਦੇ ਲੋਕ ਆਪਣੇ ਇਖਲਾਕ ਅਤੇ ਆਪਣੀ ਡਿਊਟੀ ਤੋਂ ਡਿੱਗ ਕੇ ਖੁਸ਼ਾਮਦ, ਡਰ ਜਾਂ ਲਾਲਚ ਲਈ ਆਪਣਾ ਧਰਮ ਹਾਰ ਬੈਠਦੇ ਨੇ,
ਉਹ ਮਹਾ ਅਧਰਮੀ ਔਰ ਕਮੀਨੇ ਸਮਝੇ ਜਾਂਦੇ ਨੇ। ਭਲਾ ਜੇ ਗੁਰੂ ਸਾਹਿਬ ਜੀ ਤੁਹਾਡੇ ਮੰਨਣ ਮੁਤਾਬਕ ਮਲੇਛ ਭਾਸ਼ਾ ਦੇ ਵਿਰੁੱਧ ਹੁੰਦੇ ਤਾਂ ਸਤਿਗੁਰੂ ਕਿਉਂ ਉਚਾਰਨ ਕਰਦੇ? ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਤਿਲੰਗ ਮਹੱਲਾ ਪਹਿਲਾ। ਜੇ ਵਿਰੁੱਧ ਹੁੰਦੇ ਨਾ ਸਤਿਗੁਰੂ ਕਿਤੇ ਫਾਰਸੀ ਜਾਂ ਅਰਬੀ ਦੇ ਤਾਂ ਐਸੇ ਸ਼ਬਦ ਨਾ ਉਚਾਰਨ ਕਰਦੇ। ਤੇ ਦੂਸਰੀ ਗੱਲ, ਜੇ ਤੁਹਾਡੀ ਮੰਨੀ ਹੋਈ ਵਰਨ ਮਰਿਆਦਾ ਦੇ ਵਿਸ਼ਵਾਸੀ ਹੁੰਦੇ ਤਾਂ ਸਿੱਖ ਧਰਮ ਵਿੱਚ 4 ਵਰਨ 1 ਵਰਨ ਕਰਾਇਆ, ਜਾਂ ਏਕ ਪਿਤਾ ਏਕਸ ਕੇ ਹਮ ਬਾਰਿਕ ਕਿਉਂ ਆਖਦੇ? ਲਓ, ਤੁਹਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣਾਉਂਦੇ ਹਾਂ। ਗੁਰੂ ਜੀ ਕਹਿੰਦੇ ਨੇ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਓ। ਫੱਕੜ ਦਾ ਭਾਵ ਹੁੰਦਾ ਅਗਿਆਨ ਅਥਵਾ ਮੂਰਖਤਾ ਕਰਕੇ ਮੰਨੀ ਗਈ ਗੱਲ। ਫਿਰ ਸਤਿਗੁਰੂ ਆਖਦੇ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਆਸਾ ਦੀ ਵਾਰ ਵਿੱਚ ਗੁਰੂ ਜੀ ਦਾ ਬਚਨ ਹੈ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਫਿਰ ਪ੍ਰਭਾਤੀ ਮਹੱਲਾ ਪਹਿਲਾ ਵਿੱਚ ਫਰਮਾਨ ਕਰਦੇ ਨੇ, ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ, ਜੇ ਹੈ ਕਰਮ ਕਮਾਏ। ਇਸ ਤਰ੍ਹਾਂ ਗੁਰਬਾਣੀ ਵਿੱਚੋਂ ਤੁਹਾਨੂੰ ਅਸੀਂ ਸੈਂਕੜੇ ਉਦਾਹਰਨਾਂ ਅਥਵਾ ਪ੍ਰਮਾਣ ਪੜ੍ਹ ਕੇ ਸੁਣਾ ਸਕਦੇ ਹਾਂ। ਹੇ ਪਿਆਰੇ ਹਿੰਦੂ ਭਾਈ, ਦੇਖੋ ਗੁਰੂ ਨੇ ਜਨਮ ਤੋਂ ਜਾਤੀ ਨਹੀਂ ਮੰਨੀ, ਸਭਨਾਂ ਨੂੰ ਇੱਕ ਕਰ ਦਿੱਤਾ। ਹਾਂ, ਧਿਆਨ ਰੱਖਿਓ, ਸਿੱਖਾਂ ਦੇ ਵਿੱਚ ਵੀ ਗਿਆਨੀ ਭਾਵ ਧਰਮ ਦਾ ਗਿਆਨ ਰੱਖਣ ਵਾਲੇ, ਗ੍ਰੰਥੀ, ਸਿਪਾਹੀ, ਜ਼ਿਮੀਂਦਾਰ, ਵਪਾਰੀ, ਲਾਂਗਰੀ ਆਦਿਕ ਦਰਜੇਵਾਰ ਆਪੋ ਆਪਣਾ ਕੰਮ ਕਰਨ ਵਾਲੇ ਹਨ। ਪਰ ਇਹ ਨਹੀਂ ਕਿ ਜਨਮ ਤੋਂ ਹੀ ਕਿਤੇ ਵਰਨ ਮੰਨਿਆ ਜਾਂਦਾ ਹੋਵੇ ਅਤੇ ਮਰਨ ਤੱਕ ਬੰਦਾ ਬਸ ਸਾਰੀ ਜ਼ਿੰਦਗੀ ਉਹਾ ਕੰਮ ਹੀ ਕਰਦਾ ਰਹੇ। ਖਾਲਸਾ ਪੰਥ ਵਿੱਚ ਅੱਜ ਜਿਹੜਾ ਗਿਆਨੀ ਭਾਵ ਧਰਮ ਉਪਦੇਸ਼ਕ ਹੈ, ਉਹਾ ਹੀ ਕੁਝ ਮਿੰਟਾਂ ਬਾਅਦ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ, ਔਰ ਉਹੀ ਸ਼ਸਤਰਧਾਰੀ ਹੋ ਕੇ ਯੋਧਾ ਬਣ ਕੇ ਰੱਖਿਆ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜੋ ਬੰਦਾ ਹੁਣ ਸੰਗਤ ਦੇ ਝੂਠੇ ਭਾਂਡੇ ਮਾਂਜ ਰਿਹਾ, ਉਹ ਹੀ ਕੁਝ ਦੇਰ ਤੱਕ ਕਥਾ ਕਰਕੇ ਸੰਗਤਾਂ ਨੂੰ ਗੁਰੂ ਦਾ ਉਪਦੇਸ਼ ਦੇ ਰਿਹਾ ਹੁੰਦਾ ਹੈ। ਜਦੋਂ ਕਿ ਹਿੰਦੂ ਧਰਮ ਵਿੱਚ ਤੇ ਜਾਤੀ ਮਾਂ ਬਾਪ ਤੋਂ ਮੰਨੀ ਗਈ ਹੈ। ਗੁਰੂ ਸਾਹਿਬ ਜੀ ਨੇ ਫਰਮਾਨ ਕੀਤਾ, ਹੇ ਭਾਈ, ਜ਼ਾਤ ਜਨਮ ਤੋਂ ਨਹੀਂ ਹੁੰਦੀ ਤੇ ਨਾ ਹੀ ਇਸ ਤਰ੍ਹਾਂ ਦੀ ਜ਼ਾਤ ਦੇ ਅਭਿਮਾਨ ਦਾ ਕੋਈ ਲਾਭ ਹੈ। ਇਸ ਲਈ ਮੂਰਖ ਲੋਕ ਹੀ ਇਸ ਤਰ੍ਹਾਂ ਦੇ ਜ਼ਾਤ ਅਭਿਮਾਨ ਨੂੰ ਮੰਨਣ ਵਾਲੇ ਤੇ ਉਹਨਾਂ ਮੁਤਾਬਕ ਚੱਲਣ ਵਾਲੇ ਹੁੰਦੇ ਨੇ। ਭਾਈ ਗੁਰਦਾਸ ਜੀ ਆਖਦੇ ਨੇ, 4 ਵਰਨ 1 ਵਰਨ ਕਰ, ਵਰਨ ਅਵਰਨ ਤਮੋਲ ਗੁਲਾਲੇ, ਅਸ਼ਟ ਧਾਤ 1 ਧਾਤ ਕਰ, ਵੇਦ ਕਤੇਬ ਨਾ ਭੇਦ ਵਿਚਾਲੇ। ਭਾਵ ਗੁਰੂ ਸਾਹਿਬਾਨ ਨੇ 4 ਵਰਨਾਂ ਨੂੰ 1 ਵਰਨ ਕਰਕੇ ਸਾਰਿਆਂ ਨੂੰ ਗੁਰੂ ਕੇ ਸਿੱਖ ਬਣਾ ਦਿੱਤਾ। ਸਤਿਗੁਰੂ ਸਾਹਿਬਾਨ ਨੇ ਕਿਰਪਾ ਕਰਕੇ ਵੇਦਾਂ ਕਿਤਾਬਾਂ ਜਾਂ ਇਹਨਾਂ ਦੇ ਭੇਦ ਵਿੱਚ ਪੈਣ ਦੀ ਬਜਾਏ ਸਗੋਂ ਇਹ ਗੱਲ ਸਮਝਾ ਦਿੱਤੀ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤਾਂ ਭਾਈ ਹੁਣ ਤੱਕ ਤੇ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਵੇਗੀ ਕਿ ਹਿੰਦੂ ਧਰਮ ਤੇ ਜ਼ਾਤ ਪਾਤ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਤੇ ਸਿੱਖ ਤੇ ਜ਼ਾਤ ਪਾਤ ਨੂੰ ਬਿਲਕੁਲ ਨਹੀਂ ਮੰਨਦੇ, ਸਗੋਂ ਮੁੱਢੋਂ ਹੀ ਰੱਦ ਕਰ ਦਿੰਦੇ ਨੇ। ਇਸੇ ਲਈ ਫਿਰ ਗੁਰੂ ਸਾਹਿਬ ਦਾ ਹੁਕਮ ਸੀ, ਗੁਰੂ ਕਾ ਸਿੰਘ ਜੰਨੂ ਜਾਂ ਟਿੱਕੇ ਦੀ ਕਾਣ ਨਾ ਰੱਖੇ। ਇਹ ਰਹਿਤਨਾਮਾ ਭਾਈ ਚੌਪਾ ਸਿੰਘ ਜੀ ਵਿੱਚੋਂ ਬਚਨ ਹਨ। ਫਿਰ ਜਨੇਊ ਪਾ ਕੇ ਵਿਆਹ ਸ਼ਰਾਧ ਪਿੰਡ ਆਦਿਕ ਨਾ ਕਰੇ,
सब जुगत गुरु की मर्यादा अनुसार करे। ਇਹ ਹੁਕਮਨਾਮਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਲਿਖਿਆ ਹੋਇਆ ਹੈ। ਇਸ ਲਈ ਹੈ ਭਾਈ, ਸਿੱਖਾਂ ਨੂੰ ਹਿੰਦੂ ਸਮਝਣਾ ਤੇ ਹਿੰਦੂ ਮੰਨਣਾ, ਜਦੋਂ ਕਿ ਉਹਨਾਂ ਦੇ ਸਾਰੇ ਕਾਰਜਕ੍ਰਮ ਹੀ ਹਿੰਦੂ ਧਰਮ ਦੇ ਕਾਰਜਕ੍ਰਮ ਦੇ ਬਿਲਕੁਲ ਉਲਟ ਵਿੱਚ ਖੜੇ ਨੇ। ਇਹ ਗੱਲ ਸੁਣ ਕੇ ਹਿੰਦੂ ਸੱਜਣ ਆਖਣ ਲੱਗੇ, अरे भाई, हमने तो बहुत सी किताबों में पढ़ा है कि गुरु नानक देव भी जनेऊ पहनते थे और इसी से ये सिद्ध होता है कि गुरु नानक हिंदू थे। सिख सज्जन आखण लगे, हे भाई, पहली गल तां गुरु साहिबान दे गल विच जनेऊ दा होना गुरबाणी दे विरुद्ध है। गुरु जी ने तो ये गल आखी सी, दया कपा संतोख सूत जत गंडी सत वट, एह जनेऊ जी का हई तां पांडे घत। भाव सतगुरु किसी धागे दे बने हो जनेऊ दे पहनण वाले नहीं सन। और दूसरा, जे केवल कोई गल समझाउण लई किसे लफज जां किसे चिन्ह दा वर्णन किया जाए तो इहदे नाल ही मन लईए कि फलाना धर्म दा धारनी है, ਤਾਂ ਫਿਰ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਣਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਤਾਂ ਫਿਰ ਕੀ ਤੁਸੀਂ ਮੰਨ ਲਓਗੇ ਕਿ ਮਹਾਰਾਜ ਗੁਰੂ ਨਾਨਕ ਦੇਵ ਮੁਸਲਮਾਨ ਸਨ? ਨਹੀਂ, उस वेले भी गुरु साहिबान ये सारा कुछ सिर्फ ते सिर्फ उन्हां मुसलमानां नूं समझाउण लई कर रहे सन। गुरु नानक सच्चे पातशाह इस तरह के चिन्हां तो सदा ही आज़ाद सन। इस लई गुरु नानक दे सिख भी लाजमी तौर ते इन्हां सब चिन्हां तो बिल्कुल आज़ाद हन, आज़ाद सन अते आज़ाद रहणगे।